ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 11th ਐਂਡ 12th ਕਲਾਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 17 ਨਿਊਜ਼ਪੇਪਰ ਹੈਡਲਾਈਨਸ ਉਸ ਦੀਆਂ ਅਗਲੀਆਂ 5 ਐਕਸਰਸਾਈਜ਼ਸ 6 to 10 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਤੇ ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ। ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਬਾਅਦ ਵਿੱਚੋਂ ਇਹ ਸਾਰੀ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। So sixth हैगी है बच्चों हेडलाइन इंडिया showcases its naval might। नेवल मैंने नेवी ਨਾਲ जुड़ी हुई। सो नेवल नेवी ਦਾ ਐਡਜੈਕਟਿਵ ਹੈਗਾ। ਮਾਈਟ ਦਾ ਮਤਲਬ ਇੱਥੇ ਹੈਗਾ ਤਾਕਤ ਤੇ ਸ਼ੋਕੇਸ ਦਾ ਮਤਲਬ ਹੁੰਦਾ ਹੈ ਵੀ ਡਿਸਪਲੇ ਕਰਨਾ। ਜਿਹਦਾ ਸ਼ੋਕੇਸ ਵਿੱਚ ਅਸੀਂ ਚੀਜ਼ਾਂ ਦਿਖਾਉਣ ਲਈ ਰੱਖੀਆਂ ਹੁੰਦੀਆਂ ਅਰਥਾਤ ਪੇਸ਼ ਕਰਨਾ, ਸਾਹਮਣੇ ਪਬਲਿਕ ਵਿਊ ਵਿੱਚ ਲਿਆਉਣਾ। ਠੀਕ ਹੈ। ਸੋ ਇਹਨੂੰ ਦੋ ਢੰਗ ਨਾਲ ਅਸੀਂ ਲਿਖਿਆ ਇਦਾਂ, ਇਹਦੀ ਜੋ ਐਕਸਪਲੇਨੇਸ਼ਨ ਹੈ in a high profile naval exercise in the Bay of Bengal अर्थात बंगाल की खाड़ी ਵਿੱਚ ਕੀਤੀ ਗਈ ਇੱਕ ਹਾਈ ਪ੍ਰੋਫਾਈਲ ਨੇਵਲ ਐਕਸਰਸਾਈਜ਼ ਵਿੱਚ ਦੀ ਇੰਡੀਅਨ ਨੇਵੀ ਸ਼ੋਕੇਸਡ ਇੰਡੀਅਨ ਨੇਵੀ ਨੇ ਪਬਲਿਕ ਦੇ ਸਾਹਮਣੇ ਪੇਸ਼ ਕੀਤਾ ਦੀ ਟੈਕਨੋਲੋਜੀਕਲ ਪ੍ਰੋਵੈਸ, ਆਪਣੀ ਤਕਨੀਕੀ ਜਿਹੜੀ ਉਹਦੀਆਂ ਖੂਬੀਆਂ ਨੇ, ਤਾਕਤ ਹੈ ਉਹ, ਕੰਬਾਟ ਪੋਟੈਂਸ਼ੀਅਲ, ਕੰਬੈਟ ਮੈਨੇ ਹੁੰਦਾ ਜੰਗ ਲੜਨ ਦੀ ਜਿਹੜੀ ਤਾਕਤ ਹੈ ਉਹ, ਐਂਡ ਅੰਡਰ ਵਾਟਰ ਕੈਪੇਬਿਲਿਟੀਜ਼, ਤੇ ਪਣਡੁੱਬੀ ਦੇ ਰਾਹੀਂ ਪਾਣੀ ਦੇ ਥੱਲੇ ਵਾਲੀਆਂ ਜਿਹੜੀਆਂ ਕਿਹੜੀ ਸਮਰੱਥਾਵਾਂ ਨੇ ਉਹ ਸਾਰੀ ਚੀਜ਼ ਦੀ ਪੇਸ਼ਕਾਰੀ ਕੀਤੀ। ਠੀਕ ਹੈ। ਸੋ ਇੱਕ ਹੋਰ ਅਸੀਂ ਕਹਿ ਸਕਦੇ ਹਾਂ ਹੋਰ ਢੰਗ ਨਾਲ, ਔਨ ਦੀ ਓਕੇਜਨ ਆਫ ਦੀ ਨੇਵੀ ਡੇ ਸੈਲੀਬ੍ਰੇਸ਼ਨਸ ਇਨ ਦੀ ਅਰੇਬੀਅਨ ਸੀ, ਅਰਥਾਤ ਅਰਬ ਮਹਾਸਾਗਰ ਦੇ ਵਿੱਚ ਨੇਵੀ ਡੇ ਸੈਲੀਬ੍ਰੇਸ਼ਨ, ਨੇਵੀ ਡੇ ਜੋ ਮਨਾਇਆ ਜਾਂਦਾ ਹੈ ਉਹਦੇ ਸਮਾਗਮ ਦੇ ਮੌਕੇ ਤੇ ਦੀ ਇੰਡੀਅਨ ਨੇਵੀ ਸ਼ੋਕੇਸਡ ਇਟਸ ਮਾਈਟ, ਇੰਡੀਅਨ ਨੇਵੀ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਥਰੂ ਅ ਫਲੀਟ ਆਫ, ਫਲੀਟ ਹੁੰਦਾ ਬੱਚੋ ਇਹ ਇਕੱਠਵਾਚਕ ਨਾਮ ਹੈਗਾ, ਜਿਵੇਂ ਅਸੀਂ ਕਹਿੰਦੇ ਚਾਬੀਆਂ ਦਾ ਗੁੱਛਾ, ਅੰਗੂਰ ਦਾ ਗੁੱਛਾ, ਬੇੜੀ ਦਾ ਪੂਰ, ਜਿੱਦਾਂ ਮੱਖੀਆਂ ਦਾ ਭੌਣ। ਇਸੇ ਤਰ੍ਹਾਂ ਇੰਗਲਿਸ਼ ਵਿੱਚ ਬੜੇ ਸਾਰੇ ਹੁੰਦੇ ਨੇ, ਬੰਚ ਆਫ ਕੀਜ਼, ਬੰਚ ਆਫ ਗ੍ਰੇਪਸ। ਠੀਕ ਹੈ। ਜਾਂ ਫਿਰ ਕਹਿੰਦੇ ਆ ਕੀ ਕਹਿ ਲਓ ਜਿਹਦਾ ਆਰਮੀ ਆਫ ਫਰੌਗਸ। ਠੀਕ ਹੈ। ਫੋਰੈਸਟ ਆਫ ਸ਼ੂਜ਼, ਫੋਰੈਸਟ ਆਫ ਬੁੱਕਸ, ਫਲੀਟ ਆਫ ਸ਼ਿਪਸ। ਸੋ ਇਹ ਇੱਕ ਇਕੱਠਵਾਚਕ ਨਾਮ ਹੈਗਾ। ਸੋ ਅ ਫਲੀਟ ਆਫ ਵਾਰਸ਼ਿਪਸ, ਵਾਰਸ਼ਿਪ ਇੱਕ ਕਿਸਮ ਦੇ ਜਹਾਜ਼ ਹੁੰਦੇ, ਜੰਗੀ ਜਹਾਜ਼, ਚੌਪਰਸ ਮੈਨੇ ਹੈਲੀਕਾਪਟਰਸ, ਸਬਮਰੀਨਸ ਦਾ ਮਤਲਬ ਹੁੰਦਾ ਪਣਡੁੱਬੀ ਤੇ ਡਿਸਟਰੋਇਰਸ ਮੈਨੇ ਜੋ ਦੁਸ਼ਮਣ ਦੇ ਜਹਾਜ਼ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਣ ਵਾਲੇ ਜਹਾਜ਼ ਹੁੰਦੇ ਨੇ। ਸੋ ਉਹਨਾਂ ਰਾਹੀਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਠੀਕ ਹੈ। ਨਾਲ ਦੇ ਨਾਲ ਬੱਚਿਓ ਦੱਸਦਾ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 12th ਇੰਗਲਿਸ਼ ਨਾਮ ਦੀ ਪਲੇਲਿਸਟ ਹੈ, ਜਿਹਦੇ ਵਿੱਚ ਤੁਹਾਡੀ ਇੰਗਲਿਸ਼ ਦੀ ਕਿਤਾਬ ਰੇਨਬੋ ਆਫ ਇੰਗਲਿਸ਼ ਦੇ ਸਾਰੇ ਲੈਸਨਸ ਨੂੰ ਐਕਸਪਲੇਨ ਕਰਕੇ, ਟਰਾਂਸਲੇਟ ਕਰਕੇ, ਰੀਡ ਕਰਕੇ ਤੇ ਉਹਦੀਆਂ ਸਾਰੀ ਕੁਐਸਚਨ ਆਨਸਰਸ, ਗ੍ਰਾਮਰ, ਵੋਕੈਬਲਰੀ ਐਕਸਰਸਾਈਜ਼ ਸਾਰਿਆਂ ਦੇ ਵੀਡੀਓ ਤਿਆਰ ਕਰਕੇ ਪਾਏ ਜਾ ਰਹੇ ਨੇ। ਸੋ ਤੁਸੀਂ ਉਹਦਾ ਲਾਹਾ ਵੀ ਲੈ ਸਕਦੇ ਹੋ। ਸੋ 7ਵੀਂ ਵਿੱਚ ਵਿਲ ਹਾਈਪਰਲੂਪ ਬੀ ਫਿਊਚਰ ਆਫ ਇੰਡੀਆਜ਼ ਟਰਾਂਸਪੋਰਟ, ਕਿ ਹਾਈਪਰਲੂਪ ਜਿਹੜਾ ਹੈ ਉਹ ਇੰਡੀਆ ਦੀ ਆਵਾਜਾਈ ਦਾ ਭਵਿੱਖ ਹੋਏਗਾ। ਹਾਈਪਰਲੂਪ ਬੱਚੇ ਤੁਹਾਨੂੰ ਦੱਸਦਾ ਇੱਕ ਨਵਾਂ ਸ਼ਬਦ ਹੈ। ਇਸ ਵੇਲੇ ਇਹਦਾ ਜੋ ਮੁਖੀ ਹੈ, ਜੋ ਖਬਰਾਂ ਵਿੱਚ ਹੈਗਾ, ਉਹ ਐਲਨ ਮਸਕ ਹੈਗਾ, ਜੋ ਇਸ ਵੇਲੇ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਗਿਣਿਆ ਜਾਂਦਾ ਹੈ। ਐਲਨ ਮਸਕ ਜੋ ਪਿੱਛੇ ਜੇ ਟਵਿੱਟਰ ਦੀ ਖਰੀਦਣ ਦੀ ਵੀ ਉਹਦੀ ਚਰਚਾ ਚੱਲੀ ਸੀਗੀ। ਠੀਕ ਹੈ। ਸ਼ਾਇਦ ਉਹਨੇ ਖਰੀਦ ਵੀ ਲਿਆ ਪਰ ਬਾਅਦ ਚੋਂ ਫਿਰ ਕੋਈ ਨਾ ਕੋਈ ਗੜਬੜ ਹੋ ਗਈ ਹੈ। ਸੋ ਹਾਈਪਰਲੂਪ ਹੁੰਦਾ ਬੱਚੇ ਇੱਕ ਕਿਸਮ ਦੀ ਟਿਊਬਾਂ ਹੋਣਗੀਆਂ, ਟਿਊਬਾਂ ਵਿੱਚੋਂ ਹਵਾ ਕੱਢ ਲਈ ਜਾਏਗੀ ਤੇ ਉਹ 'ਚ ਕੈਪਸੂਲ ਟਾਈਪ ਹੋਣਗੇ ਇਹ ਵਾਹਨ, ਉਹ 'ਚ ਬੰਦੇ ਬੈਠਣਗੇ ਤੇ ਉਹ ਬੜੀ ਤੇਜ਼ੀ ਦੇ ਨਾਲ ਜਾਏਗੀ ਤੇ ਇਹਦੀ ਸਪੀਡ ਕਰੀਬ 1200-1300 ਕਿਲੋਮੀਟਰ ਪ੍ਰਤੀ ਘੰਟਾ ਹੋਏਗੀ। ਇਹਦਾ ਮਤਲਬ ਹੈ ਕਿ ਦਿੱਲੀ ਤੋਂ ਅੰਮ੍ਰਿਤਸਰ ਜਾਣ ਲਈ ਸਿਰਫ ਅੱਧਾ ਘੰਟਾ ਲੱਗੇਗਾ। ਉੱਦਾਂ ਲੱਗਦੇ ਨੇ 8-10 ਘੰਟੇ ਤੇ ਸਿਰਫ ਅੱਧਾ ਘੰਟਾ ਲੱਗੇਗਾ, ਅਰਥਾਤ ਹਵਾਈ ਜਹਾਜ਼ ਦੀ ਸਪੀਡ ਨਾਲੋਂ ਵੀ ਜ਼ਿਆਦਾ ਸਪੀਡ ਤੇ ਇਹ ਹੋਏਗਾ। ਤੇ ਹਾਲੇ ਐਕਸਪੈਰੀਮੈਂਟ ਬੇਸ ਤੇ ਚੱਲ ਰਿਹਾ, ਆਲਰੇਡੀ ਇਹਦੇ ਟੈਸਟ ਹੋ ਚੁੱਕੇ ਨੇ ਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਅਸੀਂ ਦੇਖਾਂਗੇ ਕਿ ਇਹ ਚੀਜ਼ ਪ੍ਰੈਕਟੀਕਲੀ ਰੂਪ ਵਿੱਚ ਹੋ ਜਾਏਗੀ। ਤੇ ਜਿਹੜੇ ਸਾਇੰਸਦਾਨ ਇਹਨੂੰ ਬਣਾ ਰਹੇ ਨੇ ਉਹ ਦਾਅਵਾ ਕਰ ਰਹੇ ਨੇ ਇਹਦੇ ਨਾਲ ਪੋਲਿਊਸ਼ਨ ਵੀ ਘਟੇਗਾ, ਕੀਮਤਾਂ ਵੀ ਘਟਣਗੀਆਂ, ਮਤਲਬ ਕਿ ਇਹਨਾਂ ਟਰਾਂਸਪੋਰਟ ਸਸਤਾ ਹੋਏਗਾ ਤੇ ਦੂਜੀ ਗੱਲ ਇਹ ਸਪੀਡ ਦੇ ਨਾਲ ਹੋਏਗਾ, ਤੇਜ਼ੀ ਦੇ ਨਾਲ ਹੋਏਗਾ, ਰਸ਼ ਘਟੇਗਾ। ਸੋ ਦੇਖਦੇ ਹਾਂ ਕੀ ਬਣਦਾ। ਨਵੀਂ ਤਕਨੀਕਾਂ ਆਉਂਦੀਆਂ, ਨਵੀਂ ਚੀਜ਼ਾਂ ਆਉਂਦੀਆਂ ਤੇ ਸ਼ੁਰੂ 'ਚ ਕੋਈ ਨਾ ਕੋਈ ਰੌਲਾ ਤੇ ਪੈਂਦਾ ਹੀ ਪੈਂਦਾ। ਖਾਸ ਤੌਰ 'ਤੇ ਜੇ ਇੰਨੀ ਸਪੀਡ ਨਾਲ ਚੱਲਦੀ ਹੈ ਤੇ ਸਭ ਤੋਂ ਵੱਡਾ ਜਿਹੜਾ ਮਸਲਾ ਹੋਏਗਾ ਉਹ ਸੁਰੱਖਿਆ ਦਾ ਹੋਏਗਾ, ਕਿ ਜਿਹੜੇ ਪੈਸੇਂਜਰ ਯਾਤਰੂ ਨੇ, ਮੁਸਾਫਰ ਨੇ, ਉਹਨਾਂ ਦੀ ਸੁਰੱਖਿਆ ਦੇ ਕਿਹੜੇ ਪ੍ਰਬੰਧ ਹਨ। ਠੀਕ ਹੈ। ਬੁਲੇਟ ਟ੍ਰੇਨਾਂ ਵੀ ਚੱਲਦੀਆਂ ਪਰ ਉਹ ਚੱਲਦੀਆਂ 400-500 ਕਿਲੋਮੀਟਰ ਦੀ ਸਪੀਡ 'ਤੇ ਚੱਲਦੀਆਂ ਨੇ। ਇਹ 1500 1200-1300 ਕਿਲੋਮੀਟਰ ਦੀ ਸਪੀਡ ਦੇ ਨਾਲ ਪ੍ਰਤੀ ਘੰਟੇ ਦੀ ਚੱਲੇਗਾ ਜੇ ਆ ਗਿਆ ਤੇ।
ਐਕਸਪੈਰੀਮੈਂਟ ਚੱਲ ਰਹੇ, ਗੱਲਾਂ ਆਲਰੇਡੀ ਹੋ ਰਹੀਆਂ ਤੇ ਕਈ ਜਗ੍ਹਾ ਪ੍ਰੋਜੈਕਟ ਚਾਲੂ ਨੇ। ਬਹੁਤ ਸਾਰੀ ਕੰਪਨੀਆਂ ਹਾਈਪਰਲੂਪ ਬਣਾਉਣ ਦੀਆਂ ਯਤਨ ਕਰ ਰਹੀਆਂ ਨੇ, ਪਰ ਸਭ ਤੋਂ ਵੱਡਾ ਯੋਗਦਾਨ ਇਸ ਵੇਲੇ ਐਲਨ ਮਸਕ ਦਾ ਹੈਗਾ। ਸੋ ਬੱਚੋ ਇਹ ਕਹਿੰਦੇ ਹੁਣ ਇਹਦਾ ਚਲੋ ਇਹਦਾ ਅਸੀਂ ਇੱਦਾਂ ਬਣਾ ਲੈਣਾ। ਇਸ ਕਰਕੇ ਮੈਂ ਕਹਿ ਰਿਹਾ ਕਿ ਬੱਚੋ ਤੁਹਾਨੂੰ ਅਖਬਾਰਾਂ ਵੀ ਜ਼ਰੂਰ ਪੜ੍ਹਨੀ ਚਾਹੀਦੀਆਂ। ਹੁਣ ਹਾਈਪਰਲੂਪ ਬਾਰੇ ਤੁਹਾਨੂੰ ਕੋਈ ਨਾ ਕੋਈ ਨੌਲੇਜ, ਐਲਨ ਮਸਕ ਬਾਰੇ ਨੌਲੇਜ ਹੋਣੀ ਚਾਹੀਦੀ, ਜਨਰਲ ਨੌਲੇਜ ਹੋਣੀ ਚਾਹੀਦੀ, ਤਦ ਹੀ ਤੁਸੀਂ ਇਹ ਹੈਡਲਾਈਨਸ ਦਾ ਵਿਸਤਾਰ ਕਰ ਸਕੋਗੇ। ਜਿਵੇਂ ਪਹਿਲੇ ਇਸ਼ੂ ਵਿੱਚ ਕਿਹਾ ਸੀ, SBI ਦਾ ਮਤਲਬ ਪਤਾ ਹੋਣਾ ਚਾਹੀਦਾ, ਸਟੇਟ ਬੈਂਕ ਆਫ ਇੰਡੀਆ। PNB ਦਾ ਮਤਲਬ ਹੋਣਾ ਚਾਹੀਦਾ ਹੈ ਪੰਜਾਬ ਐਂਡ ਨੈਸ਼ਨਲ ਬੈਂਕ, ਹੈ ਨਾ, ਪੰਜਾਬ ਨੈਸ਼ਨਲ ਬੈਂਕ। ਸੋ ਇਸ ਤਰ੍ਹਾਂ। ਸੋ ਵਿਦ ਦੀ ਫਾਈਨਲ ਨੋਡ, ਨੋਡ ਮੈਨੇ ਹੁੰਦਾ ਜਿਹਦਾ ਸਿਰ ਦਾ ਹਿਲਾਣਾ, ਅਰਥਾਤ ਹਾਮੀ। ਫਾਈਨਲ ਨੋਡ ਮੈਨੇ ਅਖੀਰਲੀ ਹਾਮੀ, ਵੀ ਫਾਈਨਲ ਹਾਮੀ ਹੋ ਗਈ ਕਿ ਚਲੋ ਮੈਂ ਹਾਂ ਕਰ ਦਿੱਤੀ। ਸੋ ਵਿਦ ਦੀ ਫਾਈਨਲ ਨੋਡ ਬਾਈ ਦੀ ਇੰਡੀਅਨ ਗਵਰਨਮੈਂਟ, ਅਰਥਾਤ ਭਾਰਤੀ ਸਰਕਾਰ ਵੱਲੋਂ ਆਖਰੀ ਮਤਲਬ ਕਿ ਹਰੀ ਝੰਡੀ ਦੇਣ ਮਗਰੋਂ, ਫਾਈਨਲ ਨੋਡ ਅਸੀਂ ਹਰੀ ਝੰਡੀ ਕਹਿ ਸਕਦੇ ਹਾਂ, ਫॉर ਦੀ ਕੰਸਟਰਕਸ਼ਨ ਆਫ ਹਾਈਪਰਲੂਪ ਟ੍ਰੇਨ ਬਿਟਵੀਨ ਮੁੰਬਈ ਐਂਡ ਪੁਣੇ। ਮੁੰਬਈ ਅਤੇ ਪੁਣੇ ਦੇ ਵਿੱਚ ਹਾਈਪਰਲੂਪ ਟ੍ਰੇਨ ਦੀ ਜੋ ਨਿਰਮਾਣ ਹੈ ਉਹਦੇ ਵਾਸਤੇ ਹਰੀ ਝੰਡੀ ਤੋਂ ਬਾਅਦ ਇੰਡੀਆ ਮਾਈਟ ਟੇਕ ਦਾ ਲੀਡ ਇਨ ਇੰਪ੍ਰੈਸਿੰਗ ਦਿਸ ਨਿਊ ਟੈਕਨੋਲੋਜੀ। ਹੋ ਸਕਦਾ ਹੈ ਇੰਡੀਆ ਜਿਹੜਾ ਹੈ ਇਸ ਨਵੀਂ ਤਕਨੀਕ ਨੂੰ ਅਪਣਾਉਣ ਵਿੱਚ ਸਾਰੇ ਦੇਸ਼ ਵਿੱਚ ਮੋਹਰੀ ਬਣ ਜਾਏ। ਠੀਕ ਹੈ। ਸੋ ਦੂਜਾ ਹੈ ਇੱਕ ਬਣਾ ਸਕਦੇ, ਟਾਕਸ ਆਰ ਅੰਡਰਵੇ ਟੂ ਐਕਸਪਲੋਰ ਆ ਹਾਈਪਰਲੂਪ ਕੋਰੀਡੋਰ ਬਿਟਵੀਨ ਅੰਮ੍ਰਿਤਸਰ ਐਂਡ ਚੰਡੀਗੜ੍ਹ। ਕਹਿੰਦੇ ਇਸ ਵੇਲੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਔਰ ਹੋਈਆਂ ਵੀ ਨੇ, ਅਖਬਾਰਾਂ ਦੀ ਖਬਰਾਂ ਨੇ ਕਿ ਹਾਈਪਰਲੂਪ ਕੋਰੀਡੋਰ ਅੰਮ੍ਰਿਤਸਰ ਵਿੱਚ ਅਤੇ ਚੰਡੀਗੜ੍ਹ ਵਿੱਚ ਬਣਾਇਆ ਜਾ ਸਕਦਾ ਹੈ। ਨਹੀਂ, ਉਹਦੀ ਸੰਭਾਵਨਾਵਾਂ ਨੂੰ ਦੇਖਿਆ ਜਾ ਰਿਹਾ ਹੈ। ਹਾਈਪਰਲੂਪ, ਫਿਰ ਮੈਂ ਨਾਲ ਇੱਕ ਗੱਲ ਐਕਸਪੈਂਸ਼ਨ ਕਰਦੇ ਕਰਦੇ ਜੋੜ ਵੀ ਦਿੱਤੀ ਹੈ ਕਿ ਕੀ ਚੀਜ਼ ਹੈ। ਹਾਈਪਰਲੂਪ ਇਜ਼ ਐਨ ਅਲਟਰਾ ਹਾਈ ਸਪੀਡ, ਹਾਈ ਸਪੀਡ ਤੇ ਹੋਗਾ ਕਿ ਜ਼ਿਆਦਾ ਸਪੀਡ, ਅਲਟਰਾ ਹਾਈ ਮੈਨੇ ਅੱਤ ਦੀ ਹਾਈ ਸਪੀਡ, ਅਲਟਰਾ ਹਾਈ ਸਪੀਡ ਗਰਾਊਂਡ ਟਰਾਂਸਪੋਰਟ, ਧਰਤੀ ਤੇ ਚੱਲਣ ਵਾਲਾ। ਜਿਲੇ ਚੱਲੇਗਾ ਮਤਲਬ ਕਿ ਵਿੱਚ ਟਿਊਬਾਂ ਹੋਣਗੀਆਂ, ਕਿਉਂਕਿ ਜਿਹੜੀ ਹਵਾ ਦੇ ਵਿੱਚ ਅਸੀਂ ਜਾਂਦੇ ਹਾਂ, ਹਵਾ ਜਿਹੜੇ ਤੇਜ਼ ਸਪੀਡ ਫੜਦੀ ਹੈ ਤੇ ਹਵਾ ਦੇ ਨਾਲ ਤੇ ਵਾਹਨ ਦੇ ਵਿੱਚ ਇੱਕ ਫ੍ਰਿਕਸ਼ਨ ਤਿਆਰ ਹੋ ਜਾਂਦਾ। ਉਹ ਫ੍ਰਿਕਸ਼ਨ ਜਿਹੜਾ ਹੈ ਉਹ ਫਿਰ ਗੱਡੀ ਦੀ ਸਪੀਡ ਨੂੰ ਘਟਾਉਣ ਦਾ ਯਤਨ ਕਰਦਾ। ਤੇ ਇਹ ਟਿਊਬ ਦੇ ਵਿੱਚ ਜਿਹੜਾ ਕੈਪਸੂਲ ਚੱਲੇਗਾ, ਟਿਊਬ ਦੇ ਵਿੱਚ ਜਿਹੜੀ ਉਹ ਕੰਪਾਰਟਮੈਂਟ ਦੌੜੇਗਾ, ਉਹ ਟਿਊਬ ਦੇ ਵਿੱਚੋਂ ਬਹੁਤ ਵੱਡੀ ਮਾਤਰਾ 'ਚ ਹਵਾ ਕੱਢ ਲਈ ਗਈ ਹੋਏਗੀ ਤੇ ਉਹਨਾਂ ਨਾਲ ਫ੍ਰਿਕਸ਼ਨ ਜਿਹੜਾ ਬਹੁਤ ਜ਼ਿਆਦਾ ਘਟ ਜਾਏਗਾ ਤੇ ਜਿਹੜਾ ਅੰਦਰ ਕੈਪਸੂਲ ਹੈ ਟਿਊਬ ਦੇ ਵਿੱਚ ਉਹ ਮਤਲਬ ਕਿ ਉੱਡਦਾ ਹੀ ਜਾਏਗਾ ਇੱਕ ਕਿਸਮ ਦਾ। ਸੋ ਅਲਟਰਾ ਹਾਈ ਸਪੀਡ ਗਰਾਊਂਡ ਟਰਾਂਸਪੋਰਟ ਸਿਸਟਮ ਸਿਮਿਲਰ ਟੂ ਬੁਲੇਟ ਟ੍ਰੇਨਸ। ਠੀਕ ਹੈ, ਅੱਗੇ ਚਲੀਏ। 8ਵਾਂ SC। ਹੁਣ SC ਦਾ ਕੀ ਮਤਲਬ ਹੈ? SC ਦਾ ਮਤਲਬ ਹੈ ਬੱਚੋ ਸੁਪਰੀਮ ਕੋਰਟ। ਟੂ ਰੀਵਿਜ਼ਿਟ, ਰੀਵਿਜ਼ਿਟ ਦਾ ਇੱਥੇ ਮਤਲਬ ਮਤਲਬ ਮੁੜ ਕੇ ਆਉਣਾ, ਅਰਥਾਤ ਮੁੜ ਕੇ ਚਰਚਾ ਕਰਨੀ, ਮੁੜ ਕੇ ਵਿਚਾਰ ਕਰਨੀ। ਨੋ ਆਟੋਮੈਟਿਕ ਅਰੈਸਟ ਇਨ ਡੌਰੀ ਕੇਸਿਸ। ਡੌਰੀ ਹੁੰਦਾ ਦਾਜ। ਹੁਣ ਬੱਚੇ ਇਹਦਾ ਤੁਹਾਨੂੰ ਮੋਟਾ ਮੋਟਾ ਮਤਲਬ ਦੱਸ ਦਵਾਂ। ਜੋ ਇਸ ਵੇਲੇ ਡੌਰੀ ਕੇਸ, ਜਿਹੜਾ ਡੌਰੀ ਦਾ ਕਾਨੂੰਨ ਬਣਿਆ ਹੋਇਆ, ਉਹਦੇ ਵਿੱਚ ਜਿਹੜੀ ਕੁੜੀ ਹੈ ਉਹਨੇ ਸਿਰਫ ਆਪਣੇ ਮੂੰਹੋਂ ਇਹ ਕਹਿਣਾ ਹੈ ਕਿ ਮੇਰੇ ਸਹੁਰੇ ਵਾਲੇ, ਸਹੁਰਾ ਪਰਿਵਾਰ ਮੈਨੂੰ ਦਾਜ ਦੀ ਬਹਾਨਾ ਬਣਾ ਕੇ ਤੰਗ ਕਰਦੇ ਨੇ। ਬਸ ਉਹਦੇ ਕਹਿਣ ਦੀ ਦੇਰ ਹੈ ਕਿ ਉਹ ਜਿਹਦਾ ਨਾਂ ਲਏਗੀ, ਨਨਾਣ ਦਾ, ਦੇਰ ਦਾ, ਜੇਠ ਦਾ, ਜਠਾਣੀ ਦਾ, ਸੱਸ ਸਹੁਰੇ ਦਾ, ਜਿਹੜਾ ਵੀ ਨਾਂ ਲਏਗੀ ਉਹ ਸਾਰਿਆਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਇਹ ਕਾਨੂੰਨ ਹੈ ਵੀ ਕੋਈ ਤਫਤੀਸ਼ ਦੀ ਲੋੜ ਨਹੀਂ, ਕੋਈ ਇਨਵੈਸਟੀਗੇਸ਼ਨ ਦੀ ਲੋੜ ਨਹੀਂ, ਸਿਰਫ ਕੁੜੀ ਦੇ ਕਹਿਣ ਦੀ ਗੱਲ ਹੈ। ਹੁਣ ਬੱਚੋ ਜ਼ੁਲਮ ਦੋਨੋਂ ਪਾਸੇ ਹੁੰਦੇ ਆਏ ਨੇ। ਅਸੀਂ ਇਹ ਵੀ ਜਾਣਦੇ ਹਾਂ ਕਿ ਲੜਕੀਆਂ ਦੇ ਪ੍ਰਤੀ ਬੜਾ ਜ਼ੁਲਮ ਹੋਇਆ, ਬੜਾ ਮਾੜਾ ਹੋਇਆ, ਕੁੜੀਆਂ ਨਾਲ ਬੜਾ ਧੱਕਾ ਕੀਤਾ ਜਾਂਦਾ ਇੰਡੀਆ ਦੇ ਵਿੱਚ। ਪਰ ਜਦੋਂ ਕਾਨੂੰਨ ਬਣਾਇਆ, ਪਰ ਵਿੱਚ ਕੁਝ ਕੁੜੀਆਂ ਵੀ ਇੱਦਾਂ ਦੀਆਂ ਹੁੰਦੀਆਂ ਨੇ, ਲੜਕੀਆਂ ਵੀ ਲਾਲਚ ਦਾ ਸ਼ਿਕਾਰ ਹੋ ਸਕਦੀਆਂ ਨੇ, ਉਹਨਾਂ ਵਿੱਚ ਵੀ ਈਰਖਾ ਤੇ ਜਿਹੜੇ ਔਗਣ ਬੰਦਿਆਂ ਵਿੱਚ ਹੁੰਦੇ ਨੇ ਉਹ ਕੁੜੀਆਂ 'ਚ ਵੀ ਪ੍ਰਬਲ ਹੋ ਸਕਦੇ ਨੇ। ਤੇ ਇਸ ਕਾਨੂੰਨ ਦਾ ਕੁੜੀਆਂ ਨੇ ਬਹੁਤ ਨਜਾਇਜ਼ ਫਾਇਦਾ ਉਠਾਇਆ। ਮਾੜੀ ਜਿਹੀ ਗੱਲ ਤੋਂ, ਕੋਈ ਈਰਖਾ ਕਰਕੇ ਜਾਂ ਨਿੱਕੀ ਜਿਹੀ ਕੁੜੱਤਣ ਕਰਕੇ ਜਾਂ ਵੈਸੇ ਹੀ ਕਿਸੇ ਗੱਲ ਤੋਂ ਉਹਨਾਂ ਨੇ ਆਪਣੇ ਸਹੁਰੇ, ਕਈ ਜਿਹੜੇ ਸ਼ਰੀਫ ਸੀਗੇ ਹਸਬੈਂਡ ਜਾਂ ਸੱਸ ਸਹੁਰਾ, ਨਨਾਣ, ਜਿਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਸੀਗਾ, ਉਹਨਾਂ ਨੂੰ ਇੱਦਾਂ ਦਾ ਗਲਤ ਸਟੇਟਮੈਂਟ ਦੇ ਕੇ ਫਸਵਾਉਂਦੇ ਰਹੇ ਨੇ, ਕੁੜੀਆਂ ਫਸਵਾਉਂਦੀਆਂ ਰਹੀਆਂ ਤੇ ਇਸ ਗੱਲ ਦੀ ਬੜੀ ਚਰਚਾ ਹੁੰਦੀ ਰਹੀ ਹੈ। ਸੋ ਫਿਰ ਕੀ ਹੋਇਆ ਸੀਗਾ ਕਿ ਕੋਰਟ ਨੇ ਇੱਕ ਉਹਨੂੰ ਅਮੈਂਡਮੈਂਟ ਕਰ ਦਿੱਤੀ ਕਾਨੂੰਨ ਦੇ ਵਿੱਚ ਕਿ ਹੁਣ ਆਟੋਮੈਟਿਕ ਅਰੈਸਟ ਨਹੀਂ ਹੋਏਗੀ, ਵੀ ਪੁਲਿਸ ਸਿਰਫ ਕੁੜੀ ਦੇ ਕਹਿਣ ਤੇ ਅਰੈਸਟ ਨਹੀਂ ਕਰੇਗੀ, ਪਹਿਲਾਂ ਸ਼ੁਰੂਆਤੀ ਤਫਤੀਸ਼ ਕਰੇਗੀ, ਇਨਵੈਸਟੀਗੇਸ਼ਨ ਕਰੇਗੀ ਕਿ ਵਾਕਈ ਕੁੜੀ ਸੱਚ ਕਹਿ ਰਹੀ ਹੈ ਜਾਂ ਝੂਠ ਕਹਿ ਰਹੀ ਹੈ। ਉਹਦੀ ਪਹਿਲੇ ਪੂਰੀ ਪੜਤਾਲ ਹੋਏਗੀ, ਜੇ ਕੁੜੀ ਦੀ ਗੱਲ ਵਿੱਚ ਕੋਈ ਸੱਚਾਈ ਹੋਏਗੀ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਪਰ ਜਦੋਂ ਇੱਦਾਂ ਹੋਇਆ ਮੁੜ ਕੇ ਫਿਰ ਪੰਗੇ ਪੈਣੇ ਸ਼ੁਰੂ ਹੋ ਗਏ ਮੇਰੇ ਗੱਲ ਤੇ। ਫਿਰ ਇਸ ਕਰਕੇ ਕਹਿੰਦੇ SC ਟੂ ਰੀਵਿਜ਼ਿਟ ਨੋ ਆਟੋਮੈਟਿਕ ਅਰੈਸਟ ਇਨ ਡੌਰੀ ਕੇਸਿਸ। ਸੋ SC ਨੇ ਕਿਹਾ ਕਿ ਜਿਹੜੀ ਪਹਿਲੇ ਜੱਜਾਂ ਨੇ ਇਹ ਗੱਲ ਕਹੀ ਸੀ ਕਿ ਆਟੋਮੈਟਿਕ ਅਰੈਸਟ ਨਹੀਂ ਕਰਨੀ ਹਸਬੈਂਡ ਦੀ ਜਾਂ ਉਹਦੇ ਰਿਸ਼ਤੇਦਾਰਾਂ ਦੀ, ਇਸ ਤੇ ਮੁੜ ਵਿਚਾਰ ਕੀਤੀ ਹੈ। ਹੁਣ ਇਹਦਾ ਮਤਲਬ ਕੀ, ਇਹਦਾ ਇਹ ਮਤਲਬ ਹੈ SC ਟੂ ਰੀਵਿਜ਼ਿਟ ਨੋ ਆਟੋਮੈਟਿਕ ਅਰੈਸਟ
इन डॉरी केसेस। अर्थात सुप्रीम कोर्ट नो ऑटोमैटिक अरेस्ट का जोड़ा पहले उन्हें सलाह दी सी उन्होंने मुड़ विचार करेगी। सो यदा मतलब इदा 4 months आफ्टर अ बेंच ऑफ द सुप्रीम कोर्ट लेड डाउन गाइडलाइंस। अर्थात सुप्रीम कोर्ट के बेंच ने, इतने बेंच का मतलब होंगे बच्चों जजां का समूह 2 3 4 उन्होंने बेंच कहने, बीट कैपिटल है। इतने बेंच का मतलब है जिहदा पंचायत कह लें भी 2 या 3 जज, ठीक है, उन्होंने जो अपना फैसला सुनाया। कहते 4 महीनों मगरों ही जो सुप्रीम कोर्ट के बेंच ने एक फैसला सुनाया सी ते लेड डाउन गाइडलाइनस हिदायतां दित्तियां सी। लेड डाउन गाइडलाइन ने हिदायतां दित्तियां सी पुलिस नूं टू चैक द मिसयूज ऑफ एंटी डॉरी लॉ, दाज विरोधी कानून की दुरवरतों नूं रोकण लई अ 3 जज बेंच हैडिड बाय CJI। हुण CJI की होंदा चीफ जस्टिस ऑफ इंडिया, यह गल्लां लिखी जाओ सारियां। सो SC मतलब सुप्रीम कोर्ट, इनू एपेक्स कोर्ट भी कह दिंदे आ। CJI दा मतलब चीफ जस्टिस ऑफ इंडिया इज ऑल सेट टू रिविजिट। ऑल सेट मैंने पूरी तैयारी विच ने टू रिविजिट इट कि जिहड़ी हिदायतां असीं दित्तियां सी कि अरेस्ट ना करिओ ऑटोमैटिकली, ਉਹਦੇ ਵਿੱਚ ਅਸੀਂ शायद ਉਹਨੂੰ तब्दीली करांगे। ठीक है, ਇਹਦਾ मतलब है। तो दूजे ढंग ਨਾਲ कह सकते हैं द सुप्रीम कोर्ट सैट ऑन मंडे, सुप्रीम कोर्ट ने सोमवार को कहा दैट इट वुड रीकनसीडर, और मुड़ विचार करेगी इट्स 4 month ओल्ड रूलिंग, अपनी ही 4 महीने पहले दी जी फैसला सी, रूलिंग सी। और रूलिंग किहड़ी सी, बैनिंग ऑटोमैटिक अरेस्ट, जिहदे विच ऑटोमैटिक मतलब कि सिर्फ कुड़ी के कहण ते पुलिस जी अरेस्ट कर लेंदी सी, गिरफ्तार कर लेंदी सी, उदों रोक लगाती सी इन डॉरी हरासमेंट केसिस, दाज की खातिर तंग किए जाने जोड़े केस सीगे उन्होंने। इट एडिड दैट, उन्हें नाल ही क्या गल जोड़ी सुप्रीम कोर्ट ने, दी प्रीवियस जजमेंट वाज डेट्रीमेंटल टू वूमेंस राइट्स, जी जजमेंट पहले दी सी कि अरेस्ट ना की जाए, यह जी जजमेंट सी यह औरतों के हकों नूं नुकसान पहुँचाने वाली सी। डेट्रीमेंटल मैंने हार्मफुल, डेट्रीमेंटल वर्ड थोड़ा वधिया लगता है, हार्मफुल एक साधारण जिहा शब्द है। हार्मफुल का मतलब भी नुकसानदायक होंदा है, डेट्रीमेंटल भी नुकसानदायक होंदा है, पर डेट्रीमेंटल थोड़ा ज़्यादा स्टाइलिश, लिटररी ज़्यादा वधिया लगता है, साहित्यक लगता है। नाले तुहाडे लई एक नवें शब्द का जिहड़ा ज्ञान च तुहाडे वाधा होएगा। ठीक है, सो डेट्रीमेंटल लिखो, जे औखा लगता है तो हार्मफुल भी लिख सकते हो। ठीक है, हुण आगे 9वां, कम आओ इन्वेस्ट इन अवर ग्रोथ स्टोरी, साडे विकास की इस कहानी विच निवेश करो। सैमीकोलन के यह गल किहने कही, PM मोदी, PM मोदी ने, प्राइम मिनिस्टर मोदी ने यह गल कही, आओ साडे इस विकसित होंदे तरक्की करते देश विच निवेश करो, यह सद्दा दिता। ठीक है, हुण इहनूं किद्दां कहांगे, इनवाइटिंग इन्वेस्टर्स, अर्थात निवेशकारां नूं सद्दा दिंदे होए प्राइम मिनिस्टर नरेंद्र मोदी सैड टुडे, अज कहा दैट इंडिया हैड टेकन सैवरल रिफॉर्म्स, इंडिया ने बड़े सुधारवादी कदम चुके हैं टू बूस्ट ग्रोथ, विकास नूं हलाशेरी देण लई, एंड वुड कंटिन्यू ऑन द पाथ ऑफ पॉजिटिव चेंजिस, अते हाँ पक्षी जिहड़े बदलाव ने इन्हां नूं इंडिया जारी रखेगा। ठीक है, सो दूजे तरीके नाल कह सकते हैं प्राइम मिनिस्टर नरेंद्र मोदी अर्ज मैंने उन्होंने क्या हलाशेरी की दी, अर्ज्ड ग्लोबल इन्वेस्टर्स, दुनिया के इन्वेस्टर्स नूं टू इन्वेस्ट इन इंडिया एंड रीप द फ्रूट्स ऑफ द ग्रोथ स्टोरी, ਅਤੇ जो ग्रोथ की स्टोरी है, जो विकास देश कर रहा है, ये जोड़े फल ने यदा जो लाहा वो लैन। ही सैड दैट हिज गवर्नमेंट हैड टेकन इनीशिएटिव्स, उन्हें यह गल कही कि वही सरकार ने पहलकदमियां कीतियां ने टू सिंपलीफाई द प्रोसीजर्स, जड़ियाँ विधियां ने मतलब कि जोड़े बिजनेस चलाने के जोड़े सरकारी प्रोसीजर ने उन्होंने सौखा कर दिता है, सिंपलीफाई कर दिता है, एंड इंप्रूवड इंडियाज रैंकिंग बाय सैवरल स्लॉट्स इन द ईज ऑफ डूइंग बिजनेस इंडेक्स। बच्चों ईज ऑफ डूइंग बिजनेस इंडेक्स एक किस्म का एक मान है, मान मतलब कहना जिदा मापदंड है, जिहदे राही एक अंतरराष्ट्रीय जी संस्थावां ने मन के चलदियां कि किसी देश में व्यापार करना कितना सौखा है। तो बड़े सारे फैक्टर होंगे ने, वो नंबर देंगे ने, इत्थे करप्शन कितनी है, इत्थे पानी की समस्या है, इत्थे धार्मिक जी एकता या मतलब कि आपस मिलवर्तन किहो जिहा है, इत्थे क्राइम का की हाल है, या होर बड़ियां सारियां गल्लां हैगियां, वो सारे नंबर देंगे ने, फिर जोड़ते हैं। तो प्राइम मिनिस्टर मोदी ने दावा किया कि जी ईज ऑफ डूइंग बिजनेस इंडेक्स विच इंडिया की रैंकिंग बहुत थल्ले सी, वो असी हुण बहुत उत्ते लै आए हैं, अर्थात हुण इंडिया में आके बिजनेस करना सौखा है, तो तुसीं आओ इत्थे आके बिजनेस करो ताकि लोगों को नौकरियां मिलन ते
ਸਾਨੂੰ ਵੀ ਟੈਕਸ ਮਿਲੇ ਤੇ ਤੁਹਾਡੀ ਵੀ ਕਮਾਈ ਹੋਵੇ, ਠੀਕ ਹੈ, ਇਹਦਾ ਮਤਲਬ ਹੈ। ਸੋ 10th ਜਿਹੜੀ ਹੈਗੀ ਹੈ ਹੈਡਲਾਈਨ, ਕਹਿੰਦੇ ਐਟ ਲਾਈਨ ਆਫ ਕੰਟਰੋਲ ਇਨ ਕਾਰਗਿਲ। ਕਹਿੰਦੇ ਕਾਰਗਿਲ ਦੇ ਵਿੱਚ ਲਾਈਨ ਆਫ ਕੰਟਰੋਲ ਤੇ ਜਿਹੜਾ ਬਾਰਡਰ ਹੈਗਾ, ਵਿੰਟਰ ਵਾਰ ਬਿਗਨਸ, ਅਰਥਾਤ ਸਰਦੀ ਦਾ ਜੰਗ ਸ਼ੁਰੂ ਹੁੰਦਾ ਹੈ। ਹੁਣ ਬੱਚੇ ਦੇਖੋ, ਇਹ ਥੋੜੀ ਜਿਹੀ ਜਨਰਲ ਨੌਲੇਜ ਹੋਣੀ ਪਏਗੀ। ਮੈਨੂੰ ਇਹ ਗੱਲ ਪਹਿਲੇ ਸਮਝ ਨਹੀਂ ਆ ਰਹੀ ਸੀਗੀ, ਫਿਰ ਮੈਂ ਥੋੜਾ ਇੰਟਰਨੈਟ ਤੇ ਵੀ ਐਕਸਪਲੋਰ ਕੀਤਾ ਵੀ ਇਹਦਾ ਕੀ ਮਤਲਬ। ਫਿਰ ਇਹ ਗੱਲ ਸਮਝ ਆ ਗਈ, ਇੱਧਰੋਂ ਤੇ ਪਤਾ ਲੱਗ ਰਿਹਾ ਵਿੰਟਰ ਵਾਰ ਬਿਗਨਸ, ਇਹਦਾ ਪਤਾ ਵੀ ਜੰਗ ਦੇ ਕਾਰਗਿਲ ਦੀ ਹੋ ਚੁੱਕੀ ਹੈ। ਸੋ ਉਹਨੇ ਉਸੇ ਸੰਦਰਭ ਵਿੱਚ ਇਹ ਗੱਲ ਲਿਖੀ ਕਿ ਵਿੰਟਰ ਵਾਰ ਬਿਗਨਸ। ਕਹਿਣ ਦਾ ਮਤਲਬ ਹੈ ਕਿ ਕਾਰਗਿਲ ਦੀ ਜੰਗ ਹੋਈ ਸੀਗੀ ਪਾਕਿਸਤਾਨ ਔਰ ਇੰਡੀਆ ਦੀ 1999 ਵਿੱਚ, ਹੈ ਨਾ, ਤੇ ਪਰ ਕਹਿੰਦੇ ਇੱਕ ਵਿੰਟਰ ਵਾਰ ਬਿਗਨਸ, ਤੇ ਇੱਕ ਹਰ ਸਿਆਲ ਨੂੰ ਇੱਕ ਜੰਗ ਹੋਰ ਸ਼ੁਰੂ ਹੁੰਦਾ ਹੈ, ਇਹਦਾ ਇਹ ਮਤਲਬ ਹੈ ਹਰ ਸਾਲ। ਤੇ ਉਹ ਜੰਗ ਕਿਹਨੂੰ ਝੱਲਣਾ ਪੈਂਦਾ ਹੈ? ਉਹ ਜਿਹੜੇ ਉੱਥੇ ਕਾਰਗਿਲ ਦੇ ਜ਼ਿਲ੍ਹੇ ਵਿੱਚ ਵਸਨੀਕ ਪਿੰਡਾਂ 'ਚ ਲੋਕ ਰਹਿੰਦੇ ਨੇ। ਉਹ ਜੰਗ ਹੈਗਾ ਠੰਡ ਦਾ ਜੰਗ, ਸਿਆਲ ਦਾ ਜੰਗ। ਉਹ ਕਿਸ ਤਰ੍ਹਾਂ ਹੈ ਦੇਖੋ, ਕਹਿੰਦੇ ਐਵਰੀ ਈਅਰ, ਹਰ ਸਾਲ, ਇਨ ਦੀ ਕਾਰਗਿਲ ਡਿਸਟ੍ਰਿਕਟ, ਕਾਰਗਿਲ ਜ਼ਿਲ੍ਹੇ ਵਿੱਚ, ਅ ਡਿਫਰੈਂਟ ਕਾਈਂਡ ਆਫ ਵਾਰ ਬਿਗਨਸ, ਇੱਕ ਵੱਖਰੇ ਕਿਸਮ ਦੀ ਜੰਗ ਸ਼ੁਰੂ ਹੁੰਦੀ ਹੈ। ਕਿਹੜੀ? ਬਿਫੋਰ ਦੀ ਹਾਰਸ਼ ਐਂਡ ਅਨਬੀਅਰੇਬਲ ਵਿੰਟਰ ਸੈਟਸ ਇਨ, ਇਸ ਤੋਂ ਪਹਿਲੇ ਕਿ ਬੜੀ ਹੀ ਸਖਤ ਅਤੇ ਨਾ ਝੱਲਣਯੋਗ ਜਿਹੜੀ ਸਰਦੀ ਹੈ ਉਹ ਸ਼ੁਰੂ ਹੋਵੇ। ਦੀ ਰੈਜ਼ੀਡੈਂਟਸ ਆਫ ਕਾਰਗਿਲ ਵਿਲੇजेस, ਕਾਰਗਿਲ ਦੇ ਪਿੰਡਾਂ ਦੇ ਜਿਹੜੇ ਵਸਨੀਕ ਨੇ, ਹੈਵ ਟੂ ਰੀਟਰੀਟ ਟੂ ਅ ਡਿਫਰੈਂਟ ਲਾਈਫ, ਉਹਨਾਂ ਨੂੰ ਸਭ ਕੁਝ ਛੱਡ ਛਡਾ ਕੇ ਉੱਥੋਂ ਦੀ ਇੱਕ ਦੂਜੀ ਜ਼ਿੰਦਗੀ ਜੀਣ ਲਈ ਜਾਣਾ ਪੈਂਦਾ ਹੈ। ਸੋ ਜਿਹੜਾ ਇਹ ਪ੍ਰਵਾਸ ਕਰਦੇ ਨੇ ਟੈਂਪਰੇਰੀ ਕੁਝ ਮਹੀਨਿਆਂ ਲਈ ਸਿਆਲ ਦੇ ਦਿਨਾਂ ਵਿੱਚ, ਉਹ ਸੌਖਾ ਨਹੀਂ, ਆਪਣੀ ਟੈਂਟ ਫੋੜੀ ਚੱਕ ਕੇ ਵਿਚਾਰੇ ਜਾਂਦੇ ਨੇ। ਸੋ ਕਿੰਨਾ ਔਖਾ ਹੋਏਗਾ ਉਹ ਪਹਾੜਾਂ 'ਚ ਠੰਡ ਵਿੱਚ ਜਾਣਾ, ਠੀਕ ਹੈ। ਸੋ ਇਹ ਜੰਗ ਹੈਗੀ ਹੈ ਜਿਹੜੀ ਉਹਨਾਂ ਨੂੰ ਹਰ ਸਾਲ ਲੜਨੀ ਪੈਂਦੀ ਹੈ, ਕਿਉਂਕਿ ਉੱਥੇ ਸਰਕਾਰ ਨੇ ਕੋਈ ਸਹੂਲਤਾਂ ਨਹੀਂ ਦਿੱਤੀਆਂ ਹੋਈਆਂ। ਫਿਰ ਅਗਲੀ ਗੱਲ ਦੇਖੋ, ਮੈਨੂੰ ਹੋਰ ਪਤਾ ਲੱਗੀ ਜਦੋਂ ਮੈਂ ਇਹਦੀ ਸਟੱਡੀ ਕਰ ਰਿਹਾ ਸੀਗਾ ਕਿ ਕਾਰਗਿਲ ਦੇ ਵਿੱਚ ਜਿਹੜਾ ਇੱਕ ਥਾਂ ਹੈਗਾ ਹੈ, ਉਹ ਦੁਨੀਆ ਦਾ ਦੂਜਾ ਸਭ ਤੋਂ ਠੰਡਾ ਥਾਂ ਹੈ, ਤੇ ਉੱਥੇ ਟੈਂਪਰੇਚਰ -40 ਡਿਗਰੀ ਚੱਲ ਜਾਂਦਾ ਹੈ। ਅੱਛਾ ਬੱਚੇ, ਠੰਡਾ ਥਾਂ ਉਹ ਵਾਲਾ ਜਿੱਥੇ ਵਸੋਂ ਹੈਗੀ ਹੈ, ਮਤਲਬ ਕਿ ਠੰਡੇ ਥਾਂ ਤੇ ਹੋਰ ਹੀ ਬੜੇ ਹੈਗੇ ਨੇ। ਅੰਟਾਰਕਟਿਕ, ਤੁਸੀਂ ਕਹੋਗੇ ਸਰ ਜੀ ਅੰਟਾਰਕਟਿਕਾ ਕਿੰਨਾ ਠੰਡਾ ਹੈ, ਆਰਕਟਿਕ ਕਿੰਨਾ ਠੰਡਾ ਹੈ, ਪਰ ਬੱਚੇ ਉੱਥੇ ਪਿੰਡ ਨਹੀਂ ਹੈਗੇ, ਉੱਥੇ ਵਸੋਂ ਨਹੀਂ ਹੈਗੀ, ਹੈਗਾ ਇਨਹੈਬਿਟਿਡ ਮੈਨੇ ਜਿੱਥੇ ਵਸੋਂ ਹੈਗੀ ਹੈ। So the world's second coldest inhabited place is in Kargil, ਅਰਥਾਤ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਦੂਜੇ ਨੰਬਰ ਦਾ ਸਭ ਤੋਂ ਠੰਡਾ ਥਾਂ ਹੈ ਜਿੱਥੇ ਲੋਕ ਰਹਿੰਦੇ ਨੇ, ਪਰਿਵਾਰ ਵਸਦੇ ਨੇ, ਉਹ ਕਾਰਗਿਲ ਦੇ ਵਿੱਚ ਹੈ। ਚਲੋ ਤੁਹਾਡੀ ਜਨਰਲ ਨੌਲੇਜ 'ਚ ਇੱਕ ਵਾਧਾ ਹੋ ਰਿਹਾ ਇਹਦੇ ਨਾਲ। ਸੋ ਬੜਾ ਵਧੀਆ ਬੱਚੇ ਹੋਇਆ ਲੈਸਨ ਹੈ, ਇੰਗਲਿਸ਼ ਦੀ ਇੰਗਲਿਸ਼, ਦਿਮਾਗੀ ਕਸਰਤ ਵੀ ਹੈਗੀ ਹੈ ਤੇ ਤੁਹਾਡੀ ਜਨਰਲ ਨੌਲੇਜ ਵੀ ਵੱਧਦੀ ਪਈ ਹੈ, ਠੀਕ ਹੈ। ਡਿਊਰਿੰਗ ਦੀ 6 months of extreme winter, ਕਹਿੰਦੇ 6 ਮਹੀਨਿਆਂ ਦੀ ਆਤਰੀ ਠੰਡ ਦੇ ਦੌਰਾਨ, ਦੀ ਕਾਰਗਿਲ ਡਿਸਟ੍ਰਿਕਟ ਰਿਮੇਨਸ ਕਟ ਆਫ ਫਰੋਮ ਦੀ ਰੈਸਟ ਆਫ ਦਾ ਵਰਲਡ, ਜਿਹੜਾ ਕਾਰਗਿਲ ਜ਼ਿਲ੍ਹਾ ਹੈ ਉਹ ਪੂਰੀ ਦੁਨੀਆ ਤੋਂ ਟੁੱਟ ਜਾਂਦਾ ਹੈ, ਉਹਦਾ ਸੰਪਰਕ ਟੁੱਟ ਜਾਂਦਾ, ਕਟ ਆਫ ਹੋ ਜਾਂਦਾ, ਕੋਈ ਆਵਾਜਾਈ ਨਹੀਂ, ਕੋਈ ਸਾਧਨ ਨਹੀਂ, ਕੋਈ ਕੁਛ ਨਹੀਂ। ਐਂਡ ਬਿਫੋਰ ਦੈਟ ਹੈਪਨਸ, ਅਤੇ ਇਸ ਤੋਂ ਪਹਿਲੇ ਕਿ ਉਹ ਸਮਾਂ ਆਵੇ ਕਿ ਜਦੋਂ ਕੱਟਿਆ ਜਾਵੇ, ਦੀ ਰੈਜ਼ੀਡੈਂਟਸ ਹੈਵ ਟੂ ਸਟਰਾਈਵ, ਜਿਹੜੇ ਉੱਥੇ ਦੇ ਵਸਨੀਕ ਨੇ, ਬਸ਼ਿੰਦੇ ਨੇ, ਉਹਨਾਂ ਨੂੰ ਜੱਦੋ-ਜਹਿਦ ਕਰਨੀ ਪੈਂਦੀ ਹੈ, ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਉਹਨਾਂ ਨੂੰ ਜੰਗ ਲੜਨੀ ਪੈਂਦੀ ਹੈ ਉਸ ਮੌਸਮ ਦੇ ਨਾਲ। ਮਾਈਗ੍ਰੇਟਿੰਗ ਟੂ ਮੋਰ ਫੇਵਰੇਬਲ ਏਰੀਆਜ਼, ਉੱਥੇ ਪ੍ਰਵਾਸ ਕਰਨ ਲਈ ਜਿੱਥੇ ਉਹਨਾਂ ਦਾ ਰਹਿਣ ਸਹਿਣ ਦੇ ਆਲਾ ਦੁਆਲਾ ਜਿਹੜਾ ਹੈ ਉਹ ਜ਼ਿਆਦਾ ਸੁਖਾਵਾਂ ਹੋਏ, ਉੱਥੇ ਰਹਿ ਸਕਣ, ਆਪਣੀ ਰੋਜੀ ਰੋਟੀ ਕਮਾ ਸਕਣ, ਆਪਣੀ ਢਿੱਡ ਪੂਰਤੀ ਕਰ ਸਕਣ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡਾ ਚੈਪਟਰ ਨੰਬਰ 17, ਉਹਦੀਆਂ ਅਗਲੀਆਂ 5 ਹੈਡਲਾਈਨਸ, 5 ਤੋਂ ਲੈ ਕੇ 10 ਤੱਕ, ਤੇ 10 ਹੈਡਲਾਈਨਸ ਹੋ ਰਹੀਆਂ ਨੇ, ਉਹ ਇਸੇ ਤਰ੍ਹਾਂ 5-5 ਕਰਕੇ ਅਸੀਂ 2 ਹੋਰ ਵੀਡੀਓ ਬਣਾਵਾਂਗੇ ਤੇ ਉਹਦੇ ਵਿੱਚ ਸਾਡਾ ਲੈਸਨ ਖਤਮ ਹੋ ਜਾਏਗਾ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ, ਮਿਹਨਤ ਦੇ ਨਾਲ, ਪੂਰੇ ਜਜ਼ਬੇ ਦੇ ਨਾਲ ਡਟ ਕੇ ਮਿਹਨਤ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।